ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਕੈਨੇਡਾ ਦੀ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਸਾਊਥ ਏਸ਼ੀਅਨ ਟਰੱਕ ਡਰਾਈਵਰਸ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੈਨੇਡੀਅਨ ਟਰੱਕਿੰਗ ਆਪਰੇਟਰਸ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ, ਜਿਸ ਲਈ ਇਨੌਗਰਲ ਸੈਰੇਮਨੀ ਬਰੈਂਪਟਨ ਦੇ ਵਿੱਚ ਰੱਖੀ ਗਈ ਸੀ। ਇਸ ਦੌਰਾਨ ਕਈ ਮੈਂਬਰ ਪਾਰਲੀਮੈਂਟਸ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟਸ ਅਤੇ ਵੱਖ-ਵੱਖ ਸਿਟੀ ਦੇ ਅਧਿਕਾਰੀਆਂ ਨੇ ਕੈਨੇਡਾ ਭਰ ਤੋਂ ਸ਼ਿਰਕਤ ਕੀਤੀ। ਪੇਸ਼ ਹੈ ਇੱਕ ਖਾਸ ਰਿਪੋਰਟ। ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਦੁਆਰਾ ਚਲਾਈਆਂ ਜਾਂਦੀਆਂ ਟਰੱਕਿੰਗ ਕੰਪਨੀਆਂ ਦੀ ਨੁਮਾਇੰਦਗੀ ਕਰਨ ਲਈ ਕੈਨੇਡਾ ਟਰੱਕ ਆਪਰੇਟਰਸ ਐਸੋਸੀਏਸ਼ਨ ਤਿਆਰ ਕੀਤੀ ਗਈ ਹੈ, ਜਿਸ ਦਾ ਉਦਘਾਟਨ ਬੀਤੇ ਦਿਨੀ ਬਰੈਂਪਟਨ ਦੇ ਵਿੱਚ ਕੀਤਾ ਗਿਆ। ਇਸ ਮੌਕੇ 200 ਦੇ ਕਰੀਬ ਟਰੱਕਿੰਗ ਕੰਪਨੀਆਂ ਦੇ ਨਾਲ ਸੰਬੰਧਿਤ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਟਰੱਕਿੰਗ ਇੰਡਸਟਰੀ ਨੂੰ ਹੋਰ ਬਿਹਤਰ ਬਣਾਉਣ ਦਾ ਵਾਅਦਾ ਕੀਤਾ। ਬਾਹਰਲੀਆਂ ਮੁਲਕਾਂ 'ਚ ਦੇਖ ਲੈ ਟਰੱਕਾਂ ਵਾਲੇ ਕਰਗੇ ਤਰੱਕੀਆਂ, ਬਾਹਰਲੀਆਂ ਮੁਲਕਾਂ 'ਚ ਦੇਖ ਲੈ ਟਰੱਕਾਂ ਵਾਲੇ ਕਰਗੇ ਤਰੱਕੀਆਂ। Over the last 2 months since conversation started, we're here today to launch the Canada Truck Operators Association. ਕੈਨੇਡਾ ਟਰੱਕ ਆਪਰੇਟਰਸ ਐਸੋਸੀਏਸ਼ਨ ਦੀ ਅਗਵਾਈ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਜਸਕਰਨ ਸੰਧੂ ਕਰ ਰਹੇ ਹਨ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਉਹ ਵੱਖ-ਵੱਖ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨਗੇ ਅਤੇ ਉਹਨਾਂ ਵੱਲੋਂ ਟਰੱਕਿੰਗ ਇੰਡਸਟਰੀ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਨੀਤੀ ਅਤੇ ਕਾਨੂੰਨ ਬਣਾਉਣ ਵਾਲੀ ਥਾਂ ਉੱਤੇ ਸੀਟ ਦੀ ਮੰਗ ਵੀ ਕੀਤੀ ਗਈ। 200 ਦੇ ਉੱਤੇ ਕੰਪਨੀਆਂ representing tens of thousands of trucks ਤੇ ਇਹ ਕਾਫੀ ਮਾਣ ਆ ਜੀ that ਆਪਣੇ ਇੰਡਸਟਰੀ ਆ ਗਏ ਇੱਥੇ as united front ਦਿਖਾਉਣ ਲਈ। ਤੇ ਗਾਂ ਇਸ ਤੋਂ ਗਾਂ ਜਿਹੜੇ ਕੰਮ ਅਸੀਂ ਕਰਨੇ ਗਵਰਨਮੈਂਟ ਨਾਲ, ਆਪਣੇ ਸਟੇਕ ਹੋਲਡਰਸ, ਵੱਖਰੇ ਸਟੇਕ ਹੋਲਡਰਸ ਨਾਲ, ਭਾਵੇਂ ਉਹ ਸਿਟੀ ਲੈਵਲ ਤੇ ਹੋਣ ਜਾਂ ਫੈਡਰਲ ਲੈਵਲ ਤੇ, we're going to work together as a united front। ਇਹ ਅੱਜ ਦਾ ਜਿਹੜਾ ਇਵੈਂਟ ਆ ਇਹਦਾ ਮਤਲਬ ਆਹੀ ਆ ਜੀ। ਤੇ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਗੋਲਸ ਨੇ, ਇਟਸ ਜਸਟ ਚੇਂਜ ਦੀ ਇੰਡਸਟਰੀ ਐਂਡ ਚੇਂਜ ਇਟ ਫॉर ਦ ਬੈਟਰ। ਆਪਣੇ ਜਿਹੜੇ ਹੈਗੇ ਆ ਸਾਊਥ ਏਸ਼ੀਅਨ ਕਮਿਊਨਿਟੀ ਖਾਸ ਕਰ ਇੱਥੇ ਇੰਡਸਟਰੀ ਦੇ ਹੁਣ ਮੈਜੋਰਟੀ ਆ, ਪਰ ਐਸੋਸੀਏਸ਼ਨ ਵੱਲੋਂ ਜਾਂ ਇਨਫਲੂਐਂਸ ਵੱਲੋਂ ਆਪਣੇ ਜਿੰਨਾ ਇੰਪੈਕਟ ਹੋਣਾ ਚਾਹੀਦਾ ਉਹਨਾਂ ਹੈ ਨਹੀਂ। ਜਿਹੜੇ ਪੁਰਾਣੇ ਐਸੋਸੀਏਸ਼ਨਸ ਹੈਗੇ ਆ, ਹੁਣ ਹੈਗੇ ਤਾਂ ਇੱਕ ਦੋ ਹੈਗੇ ਆ ਪੁਰਾਣੇ ਐਸੋਸੀਏਸ਼ਨਸ, ਪਰ ਉਹ ਆਪਣੇ ਜਿਹੜੇ ਸਾਊਥ ਏਸ਼ੀਅਨ ਡਰਾਈਵਰ ਖਾਸ ਕਰ ਜਾਂ ਵੱਖਰੀ ਜਸਟ ਡਾਇਵਰਸਿਟੀ ਆਪਣੀ ਕਮਿਊਨਿਟੀ 'ਚ they don't represent it well. So our hope here is that we have a strong voice that represents all truckers, from the drivers to owner-operators to small, medium and large carriers as well. And we're very excited that everyone has come together for this. ਇਸ ਇਨੌਗਰਲ ਇਵੈਂਟ ਵਿੱਚ ਲਗਭਗ 2 ਦਰਜਨ ਮਿਊਨਿਸਿਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਆਗੂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਹਿਯੋਗ ਦੇਣ ਲਈ ਪਹੁੰਚੇ ਸਨ। ਆਪਣੇ ਟਰੱਕਿੰਗ ਇੰਡਸਟਰੀ ਦੇ ਸੱਦੇ ਤੇ ਅਸੀਂ ਸਾਰੇ ਹੀ ਇੱਥੇ ਪਹੁੰਚੇ ਹੋਏ ਹਾਂ ਟੂ ਲਿਸਨ ਟੂ देयर ਕੰਸਰਨਸ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਸਾਡੇ ਭਰਾ ਹੈਗੇ ਆ, ਉਹਨਾਂ ਨੇ ਫਰੰਟ ਲਾਈਨ 'ਤੇ ਰਹਿ ਕੇ COVID-19 ਦੇ ਦੌਰਾਨ ਬਹੁਤ ਕਮਿਊਨਿਟੀ ਦੀ ਸੇਵਾ ਕੀਤੀ। ਅੱਜ ਜਿਹੜੇ ਉਹਨਾਂ ਦੇ ਕੰਸਰਨ ਹੈਗੇ ਆ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਸਾਡੇ ਡਰਾਈਵਰ ਭਰਾ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਬੈਨੀਫਿਟ ਮਿਲ ਸਕਣ। So today it's a nice gala and lots of representation here, and happy to be here today. We're here to proudly support the trucking industry. It's an industry that's very important in the GTA. GT the industry ਬਹੁਤ important ਹੈਗੀ ਪੀਲ ਦੇ ਵਿੱਚ। When we're talking about trucking, we talk about trade, we talk about logistics, manufacturing ਦੀ ਗੱਲ ਕਰ ਰਹੇ ਹਾਂ। So we're just here to show our support. As you can see, there's so many people here. We're very excited to be here. Richie? I just want to say thank you so much to the trucking industry and everything you do, and especially getting us through the toughest times during the pandemic. We're here for you, and we're here to support you all the way. ਅੱਜ ਮੌਕਾ ਮਿਲਿਆ ਇੱਥੇ ਜਦੋਂ ਆਏ ਆ ਦੇਖਦੇ ਹੈਗੇ ਆ ਜਿਹੜੀ ਟਰੱਕਰਸ ਨੇ ਐਸੋਸੀਏਸ਼ਨ ਬਣਾਈ ਜਿਹਦੇ ਵਿੱਚ ਇੰਡੀਵਿਜੂਅਲ ਜਿਹੜੇ ਟਰੱਕ ਓਨਰਸ ਨੇ, ਕੰਪਨੀਜ਼ ਇਨਵੋਲਵ ਨੇ। ਪਰ ਜਦੋਂ ਲੌਜਿਸਟਿਕਸ ਇੰਡਸਟਰੀ ਦੀ ਗੱਲ ਕਰਦੇ ਆ, ਕਿਉਂਕਿ ਅੱਜ ਜੇ ਇਕੋਨਮੀ ਮੂਵ ਕਰਨੀ ਆ ਤਾਂ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਹੈਗਾ ਇਹ ਜਿਹੜਾ ਰੋਲ ਅਦਾ ਕਰਦੇ ਆ। ਸੋ ਇਹਨਾਂ ਦੀਆਂ ਆਪਦੀਆਂ ਕੋਈ ਲੋੜਾਂ ਨੇ, ਕੋਈ ਡਿਮਾਂਡਸ ਨੇ। ਜੇ ਇਹਨਾਂ ਨੇ ਲੌਬੀ ਕਰਨੀ ਆ ਜਾਂ ਆਪਣੀ ਐਡਵੋਕੇਸੀ ਕਰਨੀ ਆ, ਉਹਦੇ ਲਈ ਇਹੋ ਜਿਹੀ ਸੰਸਥਾ ਜਿਹੜੀ ਬੜੀ ਜ਼ਰੂਰੀ ਆ। ਔਰ ਇਹਦੇ ਵਿੱਚ ਜਦੋਂ ਮੈਂ ਦੇਖ ਰਿਹਾ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ
ਆਏ ਆ। ਸੋ ਮੈਂ ਜਿਹੜੇ ਲੋਕਾਂ ਨੇ ਲੀਡਰਸ਼ਿਪ ਲਈ ਆ, ਚਾਹੇ ਉਹ ਕੰਪਨੀ ਜਾਂ ਚਾਹੇ ਇੰਡੀਵਿਜੂਅਲ ਆ, ਉਹਨਾਂ ਨੂੰ ਵਧਾਈ ਦਿੰਦਾ। ਟਰੱਕਿੰਗ ਐਸੋਸੀਏਸ਼ਨ ਦਾ ਬਹੁਤ ਵੱਡਾ ਇਕੱਠ ਹੋਇਆ ਜਿੱਥੇ ਰਲ ਕੇ ਉਹਨਾਂ ਨੇ ਸਾਰਿਆਂ ਨੇ ਆਪਣੀ ਪਾਲਿਸੀ ਜਿਹੜੀ ਹੈਗੀ ਅੱਗੇ ਲਿਆਉਣੀ ਆ। ਸੋ ਵੀ ਕੰਗ੍ਰੈਚੁਲੇਟ ਆਲ ਆਫ ਦੀ ਆਰਗੇਨਾਈਜ਼ਰਸ, ਦ ਟਰੱਕਿੰਗ ਇੰਡਸਟਰੀ. We look forward to working with you, and we look forward to welcome you at Queen's Park. We all know that the truckers are a critical part of growing and continuing to strengthen Ontario's economy, and our government has been no strangers in announcing the investments in new infrastructure here in the GTA and across the province. And we've also seen the truckers play such a critical role over the last number of years, making sure that there were food on the shelves, factories were staying in operation, and really our economy was continuing to move ahead. So it is a pleasure to be here on behalf of the Premier and our entire government, and wish you all a congratulations on your first inaugural gala. The trucking sector has been critical to Canada's economy, our ability to get product to marketplace. They were selfless, dedicated, and determined during the pandemic, really helping Canada function. And to have advocacy effort on their behalf is long overdue, and it was nice to see everyone rally behind the industry tonight. And a big shout out to Jasker and Sandu, who did a great job putting this together. ਬਹੁਤ ਵਧੀਆ ਰਿਹਾ ਇੱਥੇ, ਬਹੁਤ ਸਾਡੇ ਟਰੱਕਰ ਭਰਾ ਭੈਣ ਪਹੁੰਚੇ ਆ, ਬਹੁਤ ਕਾਮਯਾਬ ਸੀਗਾ। ਆਪਾਂ ਇਹੀ ਆਸ ਰੱਖਦੇ ਆ ਜਿਹੜਾ CTAO ਆ ਇੱਦਾਂ ਹੀ ਜਿਹੜੀ ਏਕਤਾ ਆ ਕਾਇਮ ਰੱਖਦੇ ਰਹੋਗੇ, ਐਂਡ ਔਨ ਟਾਪ ਆਫ ਦੈਟ ਆਪਾਂ ਐਸ ਪੋਲੀਟੀਸ਼ੀਅਨਸ ਇਹਨਾਂ ਦੀ ਹਮੇਸ਼ਾ ਸਪੋਰਟ ਕਰਦੇ ਰਹਾਂਗੇ। ਪਹਿਲੀ ਵਾਰੀ ਇੱਕ ਪਲੇਟਫਾਰਮ ਬਣ ਰਿਹਾ ਜਿੱਥੇ ਕਿ ਅਸੀਂ ਆਪਣੀਆਂ ਸਾਊਥ ਏਸ਼ੀਅਨ ਕੰਟਰੀਜ਼ ਦੇ ਜਿੰਨੇ ਵੀ ਹੈਗੇ ਆ ਡਰਾਈਵਰ ਭਾਈਚਾਰਾ ਜਾਂ ਕੰਪਨੀਜ਼ ਨੇ, ਟਰੱਕਿੰਗ ਕੰਪਨੀਜ਼ ਨੇ, ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ, ਉਹਨਾਂ ਦੇ ਹੱਲ, ਉਹਨਾਂ ਦੇ ਜੋ ਸਮਾਧਾਨ ਨੇ ਸਰਕਾਰ ਨਾਲ ਸਾਂਝੇ ਕਰਕੇ ਅਸੀਂ ਉਹ ਕਵਰ ਕਰ ਲਈਏ। ਸੋ ਅੱਜ ਸਾਰੇ ਜਿੰਨੇ ਵੀ ਆਏ ਨੇ ਟਰੱਕ ਵੀਰਸ, ਉਹਨਾਂ ਨੇ ਬਹੁਤ ਉਹਨਾਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਇੱਕ ਸਥਾਨ 'ਤੇ ਬੈਠੇ ਹਾਂ, ਆਉਣ ਵਾਲਾ ਜਿਹੜਾ ਭਵਿੱਖ ਆ ਸਾਡਾ, ਸਾਡੇ ਨਵੇਂ ਨੌਜਵਾਨ ਬੱਚੇ ਆ ਰਹੇ ਆ, ਸਟੂਡੈਂਟਸ ਆ ਰਹੇ ਆ ਜਿਨ੍ਹਾਂ ਨੂੰ ਇੰਟਰੈਸਟ ਸਟੂਡੈਂਟਸ ਆਖਿਆ ਜਾਂਦਾ, ਉਹਨਾਂ ਲਈ ਜੌਬਸ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰੋਗਰਾਮ, ਉਹਨਾਂ ਦਾ ਟ੍ਰੇਨਿੰਗਸ ਉਹ ਕਿਵੇਂ ਹੋਣੀਆਂ ਨੇ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ। ਇੱਕ ਵਾਸਟ ਦਾਇਰਾ ਖੁੱਲ੍ਹ ਰਿਹਾ ਤਾਂ ਕਿ ਅਸੀਂ ਜੋ ਨੈਸ਼ਨਲ ਲੈਵਲ ਦੇ ਟਰੱਕਿੰਗ ਐਸੋਸੀਏਸ਼ਨ ਹੋਰ ਵੀ ਸਰਕਾਰ ਵੱਲੋਂ ਪਹਿਲਾਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਆ, ਉਸ ਲੈਵਲ 'ਤੇ ਆ ਜਾਈਏ ਅਤੇ ਅਸੀਂ ਆਪਣੇ ਨਵੇਂ ਕਾਨੂੰਨ ਜੋ ਬਣਦੇ ਆ ਇੱਥੇ ਇਸ ਦੇਸ਼ ਦੇ ਵਿੱਚ ਟਰੱਕਿੰਗ ਦੇ ਸਾਹਿਬ, ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਦੇ ਸਕੀਏ ਅਤੇ ਉਹਨਾਂ ਨੂੰ ਆਪਣਾ ਨਵੇਂ ਸੁਝਾਅ ਦੇ ਸਕੀਏ। ਜ਼ਿਕਰਯੋਗ ਹੈ ਕਿ ਟਰੱਕਿੰਗ ਇੰਡਸਟਰੀ ਕੈਨੇਡੀਅਨ ਇਕੋਨਮੀ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਸਾਲ 2018 ਦੇ ਵਿੱਚ ਇੱਕ ਮੀਡੀਆ ਕੰਪਨੀ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਕੈਨੇਡਾ ਦੇ ਵਿੱਚ 17.8% ਟਰੱਕ ਡਰਾਈਵਰਸ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਹਨ ਅਤੇ 1986 ਦੇ ਵਿੱਚ ਇਹ ਅੰਕੜੇ ਸਿਰਫ 1.8% ਸਨ। 2018 ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ 25.6% ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 34.6% ਟਰੱਕ ਡਰਾਈਵਰਸ ਭਾਰਤੀ ਭਾਈਚਾਰੇ ਤੋਂ ਸਨ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਦੇ ਵਿੱਚ ਲਗਾਤਾਰ ਵਧ ਰਹੀ ਭਾਰਤੀ ਕਮਿਊਨਿਟੀ ਦੀ ਗਿਣਤੀ ਨੂੰ ਵੇਖਦਿਆਂ ਟਰੱਕ ਡਰਾਈਵਰਸ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਜੋ ਅੱਜ ਅਸੀਂ ਇਸ ਈਵੈਂਟ ਤੇ ਪਹੁੰਚੇ ਹਾਂ, ਜੋ ਕਿ ਕੈਨੇਡੀਅਨ ਟਰੱਕਿੰਗ ਆਪਰੇਟਰ ਕੈਨੇਡਾ ਦੇ ਟਰੱਕਾਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ ਤੇ ਅੱਜ ਇੱਥੇ ਅਸੀਂ ਸਾਰੇ ਜਣੇ ਪਹੁੰਚੇ ਹਾਂ। ਪਹਿਲਾ ਈਵੈਂਟ ਹੈ ਤੇ ਜੋ ਇਹਨਾਂ ਨੇ ਵਲੰਟੀਅਰਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਅਸੀਂ, ਤੇ ਇਹ ਜਿਹੜੇ ਜੋ ਵੀ ਡਰਾਈਵਰਸ ਦੀਆਂ ਜਾਂ ਟਰੱਕਿੰਗ ਦੀਆਂ ਪ੍ਰੋਬਲਮਸ ਆ ਰਹੀਆਂ ਫਿਊਚਰ ਦੇ ਵਿੱਚ, ਉਹਦੇ ਬਾਰੇ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਤਿਆਰ ਹੋਏ ਹਾਂ। ਜਿੰਨੇ ਵੀ ਇੱਥੇ ਅੱਜ ਵੱਡੀ ਪੱਧਰ ਦੇ ਟਰੱਕ ਡਰਾਈਵਰ ਆਏ ਹੋਏ ਆ, ਮੇਰਾ ਖਿਆਲ ਆ ਵੀ ਟੋਰਾਂਟੋ ਦੇ ਵਿੱਚ ਅੱਜ ਪਛਾਣ ਹੋਣ ਵਾਲੀ ਵੀ ਗੱਲ ਆ। ਜਿਹੜਾ ਅੱਜ ਕੈਨੇਡੀਅਨ ਐਸੋਸੀਏਸ਼ਨ ਦੀ ਟਰੱਕ ਆਪਰੇਟਰਾਂ ਦੀ ਜੋ ਇੱਥੇ ਮੀਟਿੰਗ ਹੋ ਰਹੀ ਹੈ, ਮੀਟਿੰਗ ਨਹੀਂ ਇਹ ਤਾਂ ਮੈਂ ਸਮਝਦਾ ਵੀ ਜਿਵੇਂ ਇੱਕ ਬਹੁਤ ਵੱਡਾ ਇਕੱਠ, ਵਿਸ਼ਾਲ ਕਾਨਫਰੰਸ ਦੇ ਰੂਪ ਧਾਰਨ ਕਰ ਗਿਆ। ਜਿਹੜੇ ਅੱਜ ਫੈਸਲੇ ਹੋਣਗੇ ਟਰੱਕ ਵੀਰਾਂ ਦੇ, ਟਰੱਕ ਆਪਰੇਟਰਾਂ ਦੇ, ਉਹ ਬਹੁਤ ਹੀ ਸੰਜਮ ਨਾਲ ਤਾਂ ਬੜੇ ਸਿਆਣਪ ਨਾਲ ਕੀਤੇ ਜਾਣਗੇ, ਕਿਉਂਕਿ ਜੇ ਸਾਰੇ ਆਪਾਂ ਇਕੱਠੇ ਹੋ ਕੇ ਜਿੰਨੇ ਵੀ ਟਰੱਕ ਡਰਾਈਵਰ ਇੱਥੇ ਪਹੁੰਚੇ ਹੋਏ ਆ, ਜਿੰਨਾ ਵੀ ਟਰੱਕ ਆਪਰੇਟਰ ਵੀ ਪਹੁੰਚੇ ਹੋਇਆ, ਓਨਰ ਵੀ ਆਪਰੇਟਰ, ਟਰਾਂਸਪੋਰਟਰ ਵੀ ਪਹੁੰਚੇ ਹੋਏ ਆ, ਉਹਨਾਂ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਬੜਾ ਆਪਣੀਆਂ
ਸਾਰਿਆਂ ਦਾ ਇਕੱਠ ਦਿਖਾ ਕੇ ਸਹਿਮਤੀ ਦਿਖਾ ਕੇ ਸਾਰਿਆਂ ਨੇ ਆਪਣਾ ਅੱਜ ਇਹ ਪ੍ਰਦਰਸ਼ਨ ਕਰਨਾ ਤੇ ਆਪਦੀ ਮੀਟਿੰਗ ਵਿੱਚ ਮਤਾ ਪਾਸ ਕਰਨਾ। ਸਰਕਾਰੇ ਦਰਬਾਰੇ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਸਾਨੂੰ ਜਿਹੜੀ ਆ ਏਕਾ ਕਰਨਾ ਪੈਣਾ ਆ। ਏਕਾ ਕਰਾਂਗੇ ਡਰਾਈਵਰ ਕੰਪਨੀਜ਼ ਤੇ ਸਾਰੇ ਲੋਕ, ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਆਪਣੀ ਕਮਿਊਨਿਟੀ ਨੂੰ ਅੱਗੇ ਲਾ ਕੇ ਆਪਾਂ ਨਹੀਂ ਤੁਰਦੇ, ਕਿਉਂਕਿ ਲਗਭਗ 60 ਤੋਂ 70% ਜਿਹੜੀ ਆ ਟਰੱਕਿੰਗ ਉਹ ਆਪਣੀ ਪੰਜਾਬੀ ਕਮਿਊਨਿਟੀ ਨੇ ਜਿਹੜੀ ਆ ਉਹ ਸਾਂਭੀ ਹੋਈ ਆ। I just wanted to congratulate all the founders of the CTOA. It's been a long time coming. Wish you all the success, and I'm proud to be part of the Indian Trucking Association and to support it as I've been supported so much over the years of my business. Congratulations. ਕੈਨੇਡਾ ਟਰੱਕ ਆਪਰੇਟਰਸ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਟਰੱਕ ਡਰਾਈਵਰਸ ਟਰੱਕਿੰਗ ਇੰਡਸਟਰੀ ਲਈ ਬਣਾਈਆਂ ਜਾਂਦੀਆਂ ਨੀਤੀਆਂ, ਨਿਯਮ, ਬੈਠਕਾਂ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਹਮੇਸ਼ਾ ਦੂਰ ਰਹੇ ਹਨ ਅਤੇ ਇਹ ਪਹਿਲੀ ਵਾਰ ਸੀ ਜਦੋਂ ਟਰੱਕਿੰਗ ਉਦਯੋਗ ਦੇ ਨਾਲ ਜੁੜੇ ਬਹੁਤ ਸਾਰੇ ਲੋਕੀ ਅਤੇ ਕੰਪਨੀਆਂ ਸਰਗਰਮੀ ਦੇ ਨਾਲ ਇਕੱਠੀਆਂ ਹੋਈਆਂ ਅਤੇ ਉਹਨਾਂ ਨੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਦੀ ਮੰਗ ਕੀਤੀ। ਕੈਮਰਾ ਪਰਸਨ ਤਰੁਣ ਕੁਮਾਰ ਦੇ ਨਾਲ ਜਸਲੀਨ ਕੌਰ, PDC ਨਿਊਜ਼, ਬਰੈਂਪਟਨ, ਕੈਨੇਡਾ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਦੇ ਵਿੱਚ। ਮੌਂਟਰੀਅਲ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਗ੍ਰੇਟਰ ਮੌਂਟਰੀਅਲ ਵਿਖੇ ਵੀਰ ਬਾਲ ਦਿਵਸ ਸੰਬੰਧੀ ਖਾਸ ਕੀਰਤਨ ਸਮਾਗਮ ਉਲੀਕਿਆ ਗਿਆ। ਇਹ ਪਹਿਲੀ ਵਾਰ ਸੀ ਜਦ ਵੱਖ-ਵੱਖ ਭਾਰਤੀ ਕਮਿਊਨਿਟੀ ਦੇ ਲੋਕੀ ਇੱਕੋ ਹੀ ਮੰਚ ਤੇ ਇਕੱਤਰ ਹੋਏ ਤੇ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਬੀਤੇ ਸਾਲ 9 ਜਨਵਰੀ 2022 ਨੂੰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 26 ਦਸੰਬਰ ਦਾ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਜਾਏਗਾ। ਉਹਨਾਂ ਨੇ ਐਲਾਨ ਕੀਤਾ ਸੀ ਕਿ ਇਸ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਏਗਾ। ਇੰਨੀ ਛੋਟੀ ਉਮਰ ਵਿੱਚ ਆਪਣੇ ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਇਸੇ ਦੇ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਦੇ ਵਿੱਚ ਸਥਿਤ ਕੈਨੇਡਾ ਇੰਡੀਆ ਗਲੋਬਲ ਫੋਰਮ ਅਤੇ ਇੰਡੀਆ ਕੈਨੇਡਾ ਕਮਿਊਨਿਟੀ ਸਰਵਿਸਿਜ਼ ਵੱਲੋਂ 15 ਵੱਖ-ਵੱਖ ਭਾਰਤੀ ਸੰਸਥਾਵਾਂ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਗ੍ਰੇਟਰ ਮੌਂਟਰੀਅਲ ਵਿਖੇ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। हम हमेशा हर साल ये जो साहिबजादों के लिए हमारे गुरुओं के लिए दिन अनाउंस हुआ है उसको इकट्ठे मिलकर प्यार से हमेशा सेलिब्रेट करें और प्यार बांटे, यूनिटी बांटे। मैंने आज तक यूनिटी के लिए ही काम किया है मेरे भाई लोगों से, ये करता रहूंगा जितनी देर मैं जिंदा हूँ। मेरे देश के लिए काम करूंगा, मेरी बहन भाई लोगों के लिए काम करूंगा और हम सब मिल करके गुरु घर में आके सेवा करें। आप सबका बहुत बहुत शुक्रिया यहाँ पर आने के लिए और बस केवल एक ही संदेश मैं देना चाहता हूँ कि हमारी मल्टीपल आइडेंटिटीज हो सकती है। हम एक सन हो सकते हैं, हम एक डॉटर हो सकते हैं, हम एक फादर हो सकते हैं, मदर हो सकते हैं, लेकिन जो हमारी कलेक्टिव आइडेंटिटी है जिससे वर्ल्ड हमें पहचानता है वो है इंडियन आइडेंटिटी। उसको हम हमेशा अक्षुण्ण रखें, उसको हमेशा हम आगे लेकर जाएं और किसी को यह मौका न दें कि इंडियन आइडेंटिटी पे वो किसी भी ढंग का वार कर सके, चाहे वो अपने बीच के लोग हों या बाहर के हों। ਇਸ ਸਮਾਗਮ ਰਾਹੀਂ ਲੋਕਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਸੀ ਜਦ ਮੌਂਟਰੀਅਲ ਦੇ ਵਿੱਚ ਵੱਖ-ਵੱਖ ਭਾਰਤੀ ਕਮਿਊਨਿਟੀਜ਼ ਦੇ ਮੈਂਬਰ ਇਸ ਇਤਿਹਾਸਿਕ ਦਿਹਾੜੇ ਉੱਤੇ ਇਕੱਤਰ ਹੋਏ। ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਵੀ ਸ਼ਿਰਕਤ ਕੀਤੀ ਅਤੇ ਸੰਗਤਾਂ ਨਾਲ ਜੁੜ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ। आप लोगों को बहुत बधाइयाँ देता हूँ दो इवेंट्स के लिए, दो ओकेजन्स के लिए। एक तो छोटे साहबजादों के ऑनर में वीर बाल दिवस की घोषणा की गई और उसको जो आप सेलिब्रेट कर रहे हैं पूरे नेशन वाइड, और दूसरी मकर संक्रांति, लोहड़ी और विभिन्न नामों से जाने वाले इस वसंत पर्व के लिए आप सबों को बहुत बहुत शुभकामनाएं। और मैं आशा करता हूं कि हम लोग इसी तरह से मिलते रहेंगे और इसी तरह से
अपनी बातें करते रहेंगे। अगर हमारे बीच मतभेद होगा तो उसे हम सुलझाने की कोशिश करेंगे। ਬੀਤੇ ਦਿਨੀ ਕੈਨੇਡਾ ਇੰਡੀਆ ਗਲੋਬਲ ਫੋਰਮ ਅਤੇ ਇੰਡੀਆ ਕੈਨੇਡਾ ਕਮਿਊਨਿਟੀ ਸਰਵਿਸਿਜ਼ ਵੱਲੋਂ ਮੌਂਟਰੀਅਲ ਵਿਖੇ ਚਾਏ ਪੇ ਚਰਚਾ ਦਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਭਾਰਤੀ ਕਮਿਊਨਿਟੀ ਸੰਸਥਾਵਾਂ ਦੇ ਵੱਖ-ਵੱਖ ਆਗੂਆਂ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਖਾਸ ਕਰਕੇ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਸਵਾਗਤ ਲਈ ਰੱਖਿਆ ਗਿਆ ਸੀ, ਕਿਉਂਕਿ ਮੌਂਟਰੀਅਲ ਦੇ ਵਿੱਚ ਉਹਨਾਂ ਦਾ ਇਹ ਪਹਿਲਾ ਦੌਰਾ ਸੀ। ਕਮਿਊਨਿਟੀ ਲੀਡਰਸ ਦੇ ਨਾਲ ਇਸ ਮੀਟਿੰਗ ਦੌਰਾਨ ਸੰਜੇ ਕੁਮਾਰ ਵਰਮਾ ਨੇ ਭਾਈਚਾਰੇ ਦੇ ਆਗੂਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ ਭਾਈਚਾਰੇ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। Today India's stature has reached a place for which all of you are responsible. And we have to continue doing that because we are still a developing country. Yes, we are the 5th largest in GDP in the world. We will become 4th largest most likely by the end of the year. We will be the most populous country in the world by the end of the year. But with these, we have to be also mindful that on per capita income, we are not even in the top 100 countries in the world. On social equity, we are still fighting to achieve what you have all seen in this bountiful country. So therefore, there are those issues which we have been able to track. There are those issues which are yet to be tracked. And those issues are our common purposes. If we are able to unite on those common purposes, I'm sure we'll be able to look at further success of India, and therefore the aura reflecting from India gets us the success. What I was informed that there are 60,000 members of the diaspora and 38,000 students in the province of Quebec from there. That's fine, we can take care of our own community, but let's open our doors to other communities as well. I'm sure you must have done that. That promotes not only the unity amongst our own communities, but it also promotes the respect for India. And that is the final objective all of us want to achieve. ਇਸ ਮੌਕੇ ਇੰਡੀਆ ਕੈਨੇਡਾ ਕਮਿਊਨਿਟੀ ਸਰਵਿਸਿਜ਼ ਮੌਂਟਰੀਅਲ ਦੇ ਪ੍ਰਧਾਨ ਸਚਿਨ ਵਰਮਾ ਨੇ ਨੌਜਵਾਨਾਂ ਦੇ ਨਾਲ ਸੁਨੇਹਾ ਸਾਂਝਾ ਕੀਤਾ ਤੇ ਉਹਨਾਂ ਨੂੰ ਇਕਜੁੱਟ ਹੋ ਕੇ ਰਹਿਣ ਵਾਸਤੇ ਪ੍ਰੇਰਿਤ ਕੀਤਾ ਤੇ ਨਾਲ ਹੀ ਬਜ਼ੁਰਗਾਂ ਦੇ ਨਾਲ ਵੀ ਵੱਧ ਤੋਂ ਵੱਧ ਸਮਾਂ ਬਿਤਾਉਣ ਵਾਸਤੇ ਕਿਹਾ ਤਾਂ ਜੋ ਨੌਜਵਾਨ ਉਹਨਾਂ ਦੇ ਤਜਰਬਿਆਂ ਤੋਂ ਸਿੱਖਿਆ ਲੈ ਸਕਣ। These days, our trees are our seniors. Our trees are our old people. जो भी बुजुर्ग लोग हैं हमारी सोसाइटी में, जो बड़े लोग हैं, वो हमारे पेड़ हैं। कभी भी लाइफ में 5 मिनट मिले, 10 मिनट मिले, 1 घंटा मिले, 5 घंटे मिले, किसी भी बुजुर्ग के पास जाके बैठ जाना, उसको फोन कर लेना. You will end up learning lot of things, and that's what I want to tell everybody. We have a lot of senior people here, and we also have the young people who are coming up, like Gujarati Smart. They changed their whole organization. They are all young people now. IBAM, they all are youth coming up now. Tamil Association, all are young people now, and lot of other temples also they are putting Hindu Mandir or ICO. Everybody is bringing new people now. ਬ੍ਰੈਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਵਿਖੇ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਉਸਤਤ ਦੇ ਵਿੱਚ ਕਵਿਤਾਵਾਂ ਗਾਈਆਂ। ਦੱਸ ਦਈਏ ਕਿ ਖਾਲਸਾ ਕਮਿਊਨਿਟੀ ਸਕੂਲ ਦੇ ਵਿੱਚ ਸਾਰਾ ਸਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਉਲੀਕੇ ਜਾਂਦੇ ਹਨ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਵਿਖੇ ਕਵੀ ਦਰਬਾਰ ਆਯੋਜਿਤ ਕੀਤਾ ਹੈ। 10ਵੇਂ ਗੁਰੂ ਗੋਬਿੰਦ ਸਿੰਘ ਜੀ ਸਰਬੰਸਤਾਨੀ ਪਰ ਮਨੁੱਖ ਮਰਦ ਅਗਮੜਾ ਦੀਨ ਦੁਖੀ ਦੇ ਦਾਤੇ ਸੰਤ ਸਿਪਾਹੇ ਅਤੇ ਮਹਾਨ ਕਵੀ ਸਨ। ਵਤਨਾਂ ਦੇ ਉੱਤੇ ਸਰਬੰਸ ਜੋ ਲੋਟਾ ਗਿਆ, ਜਿੰਦ ਦੇ ਕੇ ਕੌਮ ਦੀ ਜੋ ਜਿੰਦੜੀ ਬਚਾ ਗਿਆ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾਜ ਜੰਗਲਾਂ ਦੇ ਪੈ ਗਏ ਨੇ। ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਓ ਵਾਸੀਪੁਰੀ ਅਨੰਦਾ ਦਾ ਸੱਚ ਦੇ ਰਾਦਾ ਰਾਹੀ, ਏ ਕਮਾਲਾ ਤੇਗ
ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀਏ ਪੁੱਤਰ ਅਸੀਂ ਦਸ਼ਮੇਸ਼ ਦੇ ਜੋ ਰੂਪ ਹੈ ਨਿਰੰਕਾਰ ਦਾ ਸਾਨੀ ਇਹ ਸੰਸਾਰ ਵਿੱਚ ਜਿਸ ਦੇ ਮਾਹ ਕਿਰਦਾਰ ਦਾ ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PDC ਨਿਊਜ਼ ਦੇ ਨਾਲ।